ये कानून केंद्र सरकार ने पास किए ने। पहला असीं स्पष्ट करिए बतौर कानूनी माहर होने के नाते केंद्र सरकार नूं खेती ते कानून बनाउण दा कोई अधिकार ही नहीं। खेती जिहड़ी हैगी वो सूबियां दा विषा है, सूबियां दा विषा होने करके खेती की मार्केटिंग भी सूबियां दा विषा है। इस करके केंद्र सरकार नूं कानून बनाउण दा खेती दे उत्ते कोई अधिकार ही नहीं। केंद्र सरकार ने कानून बना के गैर संविधानक कारा कीता। देखो सरकारां कोल तिन्ने चीज़ां हुंदियां ने, जां तां अंदोलन नूं लंबा करके थका दो, जां अंदोलन दे विच शरारती अंसर भेज के गड़बड़ी करा के बदनाम कर दो, जां जिहड़ा हैगा अंदोलनकारियां दे विच पाड़ पा दो, जां कोई अंदोलनकारियां नूं कोई लोभ लालच दे के खरीद लो। पर सरकार दे ये जिहड़े मनसूबे ने सरकार पहले दिन तो ही करदी आ रही है एकण। पर ये जिहड़ा अंदोलन है जन अंदोलन आ, जन अंदोलन आ, इहदे चों रब दा वासा होया सरकार दे मनसूबे कदे जिहड़े हैगे ने उत्थे पास नहीं होने। ਜਿਹੜਾ ਅਸੀਂ ਵਕੀਲ ਭਾਈਚਾਰਾ देश ਦਾ ਸਾਰੇ ਦਾ ਵਕੀਲ ਭਾਈਚਾਰਾ ਇਹਨਾਂ ਕਾਨੂੰਨਾਂ ਦੇ ਖਿਲਾਫ ਇਕਜੁੱਟ ਆ, ਉਹੀ ਇਹੋ ਜਿਹਾ ਕਾਨੂੰਨੀ ਪਹਿਲੋਂ ਤੋਂ ਵੀ ਚਲਾਕੀ ਜਿਹੜੀ ਹੈਗੀ ਆ ਇਹਨਾਂ ਲੋਕਾਂ ਨੂੰ ਨਹੀਂ ਕਰਨ ਦੇਵਾਂਗੇ। 5 ਮੈਂਬਰੀ ਕਮੇਟੀ ਦੀ ਗੱਲ ਕੀਤੀ ਜਾਂਦੀ ਆ, ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਆਦੇਸ਼ ਕੀਤੇ ਗਏ ਨੇ ਵੀ 5 ਮੈਂਬਰੀ ਕਮੇਟੀ ਬਣਾ ਕੇ ਆਪਣੇ ਵਿਚਾਰ ਵਟਾਂਦਰੇ ਕਰਕੇ ਇਹਨਾਂ ਤੇ ਕੋਈ ਨਾ ਕੋਈ ਹੱਲ ਲੱਭਿਆ ਜਾਵੇ। ਕੀ ਲੱਗਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਸਰਕਾਰ ਉਦੋਂ ਕਹਿ ਰਹੀ ਸੀ ਵੀ 5 ਮੈਂਬਰੀ ਕਮੇਟੀ ਬਣਾ ਲਓ ਜਿੱਦਾਂ ਦੇ ਉਹਨੇ ਗੱਲ ਕਰਦੇ ਆ, ਪਰ ਕਿਸਾਨ ਜਥੇਬੰਦੀਆਂ ਮੰਨੀਆਂ ਨਹੀਂ। ਕੀ ਲੱਗ ਰਿਹਾ ਤੁਹਾਨੂੰ ਹੁਣ 5 ਮੈਂਬਰੀ ਕਮੇਟੀ ਦੇ ਆਦੇਸ਼ ਕੀਤਾ ਗਿਆ? ਦੇਖੋ ਗੱਲ ਸੁਣ ਲਓ, ਕਿਸੇ ਭੁੱਖੇ ਨੂੰ ਕਿਸੇ ਨੇ ਪੁੱਛਿਆ ਕਿ 2 ਜਮਾ 2 ਕਿੰਨੇ ਹੁੰਦੇ ਆ, ਉਹ ਕਹਿੰਦਾ 4 ਰੋਟੀਆਂ। ਸਾਡੇ ਲਈ ਤਾਂ ਜਿਹੜੇ ਕਾਨੂੰਨ ਵਾਪਸੀ ਜਿਹੜਾ ਹੈਗਾ ਉਹ ਸਾਡੀ ਮੰਗ ਹੈ। ਚਾਹੇ ਕਮੇਟੀ 1 ਬਣਾ ਲਓ, ਚਾਹੇ ਕਮੇਟੀਆਂ 10 ਬਣਾ ਲਓ, ਜਿੰਨਾ ਤੱਕ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਨਹੀਂ ਜਾਣਾ ਇੱਥੋਂ। ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨ ਬੜੇ ਲੰਮੇ ਟਾਈਮ ਤੋਂ ਕਰ ਰਹੇ ਨੇ, ਜਿਸ ਦੇ ਚੱਲਦਿਆਂ ਦਿੱਲੀ ਦੀਆਂ ਸੜਕਾਂ ਘੇਰੀਆਂ ਹੋਈਆਂ ਨੇ। ਕਿਸਾਨ ਜਥੇਬੰਦੀਆਂ 23 ਦਿਨਾਂ ਤੋਂ ਦਿੱਲੀ ਦੇ ਰੋਡਾਂ ਤੇ ਬੈਠੀਆਂ ਨੇ। ਕੜਾਕੇ ਦੀ ਠੰਡ ਆ, ਹਰ ਇੱਕ ਵਰਗ ਕਿਸਾਨ ਭਾਈਚਾਰੇ ਨੂੰ ਸਪੋਰਟ ਕਰ ਰਿਹਾ ਹੈ, ਚਾਹੇ ਕੋਈ ਵੀ ਵਰਗ ਆ। ਭਾਰਤ ਹੀ ਨਹੀਂ ਬਾਹਰਲੀਆਂ ਕੰਟਰੀਆਂ 'ਚੋਂ ਵੀ ਕਿਸਾਨਾਂ ਲਈ ਸਪੋਰਟ ਕੀਤੀ ਜਾਂਦੀ ਹੈ ਕਿ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਅੱਜ ਸਮਰਾਲੇ ਤੋਂ ਵਕੀਲ ਭਾਈਚਾਰਾ ਇੱਥੇ ਪਹੁੰਚਿਆ ਹੈ ਕਿਸਾਨਾਂ ਦੀ ਸਪੋਰਟ ਲਈ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਸੈਂਟਰ ਸਰਕਾਰ ਦਾ ਰਵੱਈਆ ਹੈ ਜਾਂ ਇਹ ਕਾਨੂੰਨ ਨੇ, ਇਹਨਾਂ ਦਾ ਆਮ ਪਬਲਿਕ ਤੇ ਕੀ ਅਸਰ ਪੈਣਾ ਹੈ? ਦੇਖੋ ਜਿਹੜੀ ਇਹ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ, ਪਹਿਲਾਂ ਅਸੀਂ ਸਪਸ਼ਟ ਕਰੀਏ ਬਤੌਰ ਕਾਨੂੰਨੀ ਮਾਹਰ ਹੋਣ ਦੇ ਨਾਤੇ ਕੇਂਦਰ ਸਰਕਾਰ ਨੂੰ ਖੇਤੀ ਤੇ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਹੀ ਨਹੀਂ। ਖੇਤੀ ਜਿਹੜੀ ਹੈਗੀ ਉਹ ਸੂਬਿਆਂ ਦਾ ਵਿਸ਼ਾ ਹੈ, ਸੂਬਿਆਂ ਦਾ ਵਿਸ਼ਾ ਹੋਣ ਕਰਕੇ ਖੇਤੀ ਦੀ ਮਾਰਕੀਟਿੰਗ ਵੀ ਸੂਬਿਆਂ ਦਾ ਵਿਸ਼ਾ ਹੈ। ਇਸ ਕਰਕੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਖੇਤੀ ਦੇ ਉੱਤੇ ਕੋਈ ਅਧਿਕਾਰ ਹੀ ਨਹੀਂ। ਕੇਂਦਰ ਸਰਕਾਰ ਨੇ ਕਾਨੂੰਨ ਬਣਾ ਕੇ ਗੈਰ ਸੰਵਿਧਾਨਕ ਕਾਰਾ ਕੀਤਾ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ। ਉਹ ਕਹਿ ਰਹੇ ਨੇ ਵੀ ਕਾਨੂੰਨ ਚੰਗੇ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਆ। ਹਰ ਇੱਕ ਵਰਗ ਕਹਿ ਰਿਹਾ ਵੀ ਨਹੀਂ, ਜਿਨ੍ਹਾਂ ਨੂੰ ਇਹ ਬਣਾਏ ਨੇ, ਜਿਨ੍ਹਾਂ ਲਈ ਉਹਨਾਂ ਨੂੰ ਮਨਜ਼ੂਰ ਨਹੀਂ ਹੈਗੇ, ਰੱਦ ਹੋ ਜਾਣ। ਪਰ ਅੰਨੀ ਬੋਲੀ ਸਰਕਾਰ ਨੂੰ ਜਨਤਾ ਦੀ ਆਵਾਜ਼ ਨਹੀਂ ਸੁਣ ਰਹੀ, ਜਿਨ੍ਹਾਂ ਨੇ ਚੁਣੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੇ ਇਹ ਕਾਨੂੰਨ ਚੰਗੇ ਹੁੰਦੇ ਤਾਂ ਅਸੀਂ ਆ ਲੱਖਾਂ ਦੀ ਤਾਦਾਦ 'ਚ ਸਾਰੇ ਇੱਥੇ ਆਏ ਹੁੰਦੇ। ਸਾਨੂੰ ਜਿਹੜੀ ਚੀਜ਼ ਤੁਸੀਂ ਸਾਨੂੰ ਪਰੋਸ ਕੇ ਦੇਣਾ, ਸਾਨੂੰ ਲੱਗਦਾ ਕਿ ਸਾਡੇ ਲਈ ਚੰਗੀ ਨਹੀਂ, ਤੁਹਾਡੇ ਕਿਸੇ ਤੇ ਥੋੜੀ ਚੰਗੀ ਹੋਣੀ ਆ। ਉਹ ਸਾਡੇ ਲਈ ਬਿਲਕੁਲ ਵੀ ਚੰਗੀ ਨਹੀਂ। ਇਹ ਕਾਨੂੰਨ ਜਿਹੜੇ ਨੇ ਉਹ ਕਿਸਾਨੀ ਨੂੰ ਖਤਮ ਕਰਨਗੇ, ਕਿਸਾਨੀ ਦੇ ਨਾਲ ਨਾਲ ਆਮ ਲੋਕਾਂ ਦੇ ਜੀਵਨ ਤੇ ਵੀ ਬਹੁਤ ਬੁਰਾ ਪ੍ਰਭਾਵ ਪਾਉਣਗੇ। ਜਦੋਂ ਦੇਖੋ ਆਰਥਿਕਤਾ ਕਿਹਦੇ ਤੇ ਖੜੀ ਹੈ? ਦੇਸ਼ ਦੀ ਕਿਸਾਨੀ ਤੇ ਖੜੀ ਆ। ਜੇ ਤੁਸੀਂ ਦੇਸ਼ ਦੀ ਆਰਥਿਕਤਾ ਨੂੰ ਡੁਬੋਤਾ ਤਾਂ ਆਮ ਲੋਕ ਵੀ ਡੁੱਬੇ ਹੀ ਗਏ ਨਾ ਨਾਲ। ਸੈਂਟਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਜਿਹੜਾ ਇਹ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਇਹਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਸਪੋਰਟ ਕਰ ਰਹੀਆਂ ਨੇ। ਪਾਕਿਸਤਾਨ ਨਾਲ ਜੋੜਿਆ ਜਾਂਦਾ, ਚੀਨ ਨਾਲ ਜੋੜਿਆ ਜਾਂਦਾ, ਹੋਰ ਕਈ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ। ਕੀ ਕਹੇਂਗੇ? ਕੁਛ ਨਹੀਂ, ਦੇਖੋ ਸਰਕਾਰਾਂ ਕੋਲ ਤਿੰਨੇ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਅੰਦੋਲਨ ਨੂੰ ਲੰਬਾ ਕਰਕੇ ਥਕਾ ਦਿਓ, ਜਾਂ ਅੰਦੋਲਨ ਦੇ ਵਿੱਚ ਸ਼ਰਾਰਤੀ ਅੰਸਰ ਭੇਜ ਕੇ ਗੜਬੜੀ ਕਰਾ ਕੇ ਬਦਨਾਮ ਕਰ ਦਿਓ, ਜਾਂ ਜਿਹੜਾ ਹੈਗਾ ਅੰਦੋਲਨਕਾਰੀਆਂ ਦੇ ਵਿੱਚ ਪਾੜ ਪਾ ਦਿਓ, ਜਾਂ ਕੋਈ ਅੰਦੋਲਨਕਾਰੀਆਂ ਨੂੰ ਕੋਈ ਲੋਭ ਲਾਲਚ ਦੇ ਕੇ ਖਰੀਦ ਲਓ। ਪਰ ਸਰਕਾਰ ਦੇ ਇਹ ਜਿਹੜੇ ਮਨਸੂਬੇ ਨੇ ਸਰਕਾਰ ਪਹਿਲੇ ਦਿਨ ਤੋਂ ਹੀ ਕਰਦੀ ਆ ਰਹੀ ਹੈ ਇੱਕਣ। ਪਰ ਇਹ ਜਿਹੜਾ ਅੰਦੋਲਨ ਹੈ ਜਨ ਅੰਦੋਲਨ ਆ, ਜਨ ਅੰਦੋਲਨ ਆ, ਇਹਦੇ ਚੋਂ ਰੱਬ ਦਾ ਵਾਸਾ ਹੋਇਆ ਸਰਕਾਰ ਦੇ ਮਨਸੂਬੇ ਕਦੇ ਜਿਹੜੇ ਹੈਗੇ ਨੇ ਉੱਥੇ ਪਾਸ ਨਹੀਂ ਹੋਣੇ। ਸਰਕਾਰ ਦੇ ਮਨਸੂਬਿਆਂ ਦੇ ਉੱਤੇ ਪਾਣੀ ਨਹੀਂ ਆਉਣਾ ਕੋਈ ਵੀ। ਇਹ ਲੋਕ ਜਿਹੜੇ ਨੇ ਇਹ ਸਰਕਾਰ ਦੇ ਸਾਰੇ ਮਨਸੂਬਿਆਂ ਤੇ ਪਾਣੀ ਫੇਰਨਗੇ, ਕਿਉਂਕਿ ਇਸ ਅੰਦੋਲਨ 'ਚ ਰੱਬ ਦਾ ਵਾਸਾ ਹੈ। ਮਾਨਯੋਗ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਜਾਂਦੀ ਆ ਵਿਦਿਆਰਥੀ ਵੱਲੋਂ ਬਈ ਕਰੋਨਾ ਫੈਲ ਜੂਗਾ, ਲੋਕਾਂ ਨੂੰ ਪ੍ਰੋਬਲਮ ਆ ਰਹੀਆਂ ਨੇ, ਬਿਮਾਰੀ ਫੈਲਣ ਦਾ ਖਤਰਾ ਹੈ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿੱਦਾਂ ਦੇ ਅਸੀਂ ਕੀ ਕਹਿਣਾ ਹੈ, ਸੁਪਰੀਮ ਕੋਰਟ ਦੇਸ਼ ਦੀਆਂ ਵੱਖ-ਵੱਖ ਹਾਈ ਕੋਰਟਾਂ ਬਹੁਤ ਸਾਰੇ ਮਾਮਲਿਆਂ 'ਚ ਕਹਿ ਚੁੱਕੀਆਂ ਕਿ ਲੋਕਾਂ ਨੂੰ ਆਦਤ ਬਣ ਗਈ ਕਿ ਮਤਲਬ ਕਿਸੇ ਜਿਹੜਾ ਹੈਗਾ ਆਪਣੇ ਵੈਸਟਡ ਇੰਟਰਸਟ ਲਈ ਪਬਲਿਕ ਇੰਟਰਸਟ ਲਿਟੀਗੇਸ਼ਨ 'ਚ ਆ ਜਾਓ, ਆਪਣੇ ਵੈਸਟਡ ਹਿੱਤਾਂ ਲਈ।
ਇਸ ਅੰਦੋਲਨ ਦੇ ਉੱਤੇ ਜਿਹੜਾ ਹੈਗਾ ਕਈ ਲੋਕ ਇਹਨੂੰ ਇਸ ਤਰੀਕੇ ਨਾਲ ਵੀ ਨਿਆਇਕ ਪ੍ਰਣਾਲੀ ਰਾਹੀਂ ਕੋਈ ਢੰਗ ਜਿਹਾ ਲੱਭ ਕੇ ਇਸ ਅੰਦੋਲਨ ਨੂੰ ਕੋਈ ਮਤਲਬ ਇਹਨੂੰ ਡੈਮੇਜ ਕਰ ਦਈਏ। ਉਹ ਨਾ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਜਿਹੜਾ ਹੈ ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਨਾ ਤਾਂ ਇਸ ਜਨ ਅੰਦੋਲਨ ਦੇ ਲੀਡਰ ਕਿਸਾਨ ਜਥੇਬੰਦੀਆਂ ਕਿਤੇ ਉਹਨਾਂ ਨੂੰ ਠੀਕ ਹੋਣ ਦੇਣਗੀਆਂ। ਜਿਹੜਾ ਅਸੀਂ ਵਕੀਲ ਭਾਈਚਾਰਾ ਦੇਸ਼ ਦਾ ਸਾਰੇ ਦਾ ਵਕੀਲ ਭਾਈਚਾਰਾ ਇਹਨਾਂ ਕਾਨੂੰਨਾਂ ਦੇ ਖਿਲਾਫ ਇਕਜੁੱਟ ਆ। ਉਹੀ ਇਹੋ ਜਿਹਾ ਕਾਨੂੰਨੀ ਪਹਿਲੋਂ ਤੋਂ ਵੀ ਚਲਾਕੀ ਜਿਹੜੀ ਹੈਗੀ ਆ ਇਹਨਾਂ ਲੋਕਾਂ ਨੂੰ ਨਹੀਂ ਕਰਨ ਦੇਵਾਂਗੇ। ਜੇ ਮਾਨਯੋਗ ਸੁਪਰੀਮ ਕੋਰਟ ਕੋਈ ਇਦਾਂ ਦੇ ਆਦੇਸ਼ ਜਾਰੀ ਕਰਦਾ ਹੈ ਵੀ ਨਹੀਂ ਇਹਨਾਂ ਨੂੰ ਉਠਾਓ ਜਾਂ ਕਿੱਦਾਂ ਹੋ ਸਕਦਾ ਇਦਾਂ ਕੋਈ? ਦੇਖੋ ਜਿਹੜੀ ਨਿਆਇਕ ਅਦਾਲਤਾਂ ਨੇ ਜੇ ਕਿਸੇ ਦਾ ਆਖਰੀ ਆ ਕੇ ਜਦੋਂ ਹਾਕਮ ਅੰਨਾ ਬੋਲਾ ਹੋ ਜੇ ਤਾਂ ਕਿਸੇ ਦਾ ਵੀ ਜਿਹੜਾ ਹੈਗਾ ਦਿਲ ਜਿਹੜਾ ਹੈਗਾ ਜਾਂ ਕੋਈ ਵਿਸ਼ਵਾਸ ਜਿਹੜੀ ਹੁੰਦੀ ਆ ਆਸ ਹੁੰਦੀ ਆ ਉਹ ਨਿਆਇਕ ਅਦਾਲਤਾਂ ਤੇ ਹੀ ਹੁੰਦੀ ਆ। ਪਰ ਅੱਜ ਕੱਲ੍ਹ ਬੜੀ ਮੈਂ ਬਦਕਿਸਮਤੀ ਹੈ ਇਸ ਦੇਸ਼ ਦੀ, ਨਿਆਇਕ ਅਦਾਲਤਾਂ 'ਚ ਵੀ ਬੜਾ ਹੋਰ ਕਿਸਮ ਦਾ ਸ਼ੁਰੂ ਹੋ ਗਿਆ ਬੋਲਬਾਲਾ। ਸੋ ਬੇਭਰੋਸਗੀ ਜਿਹੜੀ ਹੈਗੀ ਆ ਹੁਣ ਦੇਸ਼ ਦੇ ਸਿਸਟਮ ਤੋਂ ਹੀ ਉੱਠ ਗਿਆ, ਲੋਕਾਂ ਦਾ ਬੇਭਰੋਸਗੀ ਹੋਈ ਆ। ਸੋ ਕਿਸੇ ਤੇ ਨਹੀਂ ਸਰਕਾਰ ਦੇ ਨਾਲ ਲੜਾਈ ਆ। ਸਰਕਾਰ ਜਦ ਤੱਕ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਇਹ ਲੋਕ ਇੱਥੋਂ ਜਾਣ ਵਾਲੇ ਨਹੀਂ। ਜੀ ਧੰਨਵਾਦ ਜੀ। ਹਾਂਜੀ ਕੀ ਨਾਮ ਹੈ ਜੀ? ਹਾਂਜੀ ਸਰਬਜੀਤ ਸਿੰਘ ਸੇਖੋਂ। ਸਰਬਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸੈਂਟਰ ਸਰਕਾਰ ਦਾ ਰਵੱਈਆ? ਇਹ ਕਹਿ ਰਹੇ ਨੇ ਸੋਧ ਕਰ ਦਾਂਗੇ ਰੱਦ ਨਹੀਂ ਹੋਣਗੇ। ਨਹੀਂ, ਸੈਂਟਰ ਸਰਕਾਰ ਦਾ ਜਿਹੜਾ ਰਵੱਈਆ ਨਾ ਉਹ ਤਾਂ ਡੇ 1 ਤੋਂ ਹੀ ਕਲੀਅਰ ਹੈ ਜੀ ਕਿ ਉਹਨਾਂ ਦਾ ਰਵੱਈਆ ਇੱਕ ਅੜੀਅਲ ਆ। ਉਹ ਆਪਣੀ ਜਿਹੜੀ ਹਉਮੈ ਆ ਉਹਨੂੰ ਪੱਠੇ ਪਾ ਰਹੇ ਨੇ, ਹੋਰ ਕੁਝ ਨਹੀਂ। ਉਹਨਾਂ ਨੂੰ ਵੀ ਪਤਾ ਕਿ ਉਹਨਾਂ ਨੇ ਕਾਰਪੋਰੇਟਸ ਨੂੰ ਸਪੋਰਟ ਕਰਕੇ ਉਹਨਾਂ ਨੂੰ ਪਾਰਟਿਕੂਲਰਲੀ ਉਹਨਾਂ ਨੂੰ ਸਪੋਰਟ ਕਰਕੇ ਇਹ ਐਕਟਸ ਜਿਹੜੇ ਹੈਗੇ ਨੇ ਲਿਆਂਦੇ ਨੇ। ਜਦੋਂ ਲਿਆਂਦੇ ਨੇ ਉਸ ਸਮੇਂ ਸਾਰੇ ਜਿੰਨੇ ਵੀ ਸਾਰੇ ਮਤਲਬ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਿੱਕੇ ਤੇ ਰੱਖ ਕੇ ਇਹਨਾਂ ਨੇ ਇਹ ਲਿਆਂਦੇ ਨੇ, ਕਿਉਂਕਿ ਕਿਸੇ ਨੂੰ ਸੁਣਿਆ ਨਹੀਂ ਗਿਆ, ਨਾ ਕਿਸਾਨਾਂ ਦੇ ਕਿਸੇ ਰਿਪਰੈਜ਼ੈਂਟੇਟਿਵ ਨੂੰ ਸੁਣਿਆ ਗਿਆ, ਨਾ ਕਿਸੇ ਯੂਨੀਅਨ ਨੂੰ ਸੁਣਿਆ ਗਿਆ। ਉਸ ਸਮੇਂ ਕਿਸਾਨਾਂ ਨੂੰ ਬੁਲਾਇਆ ਗਿਆ। ਜਦੋਂ ਕੋਈ ਵੀ ਐਕਟ ਪਾਸ ਹੁੰਦਾ ਪਾਰਲੀਮੈਂਟ ਦੇ ਵਿੱਚ ਉੱਤੇ ਪ੍ਰੋਪਰ ਡਿਸਕਸ਼ਨ ਹੁੰਦੀ ਆ। ਉਸ ਤੋਂ ਪਹਿਲਾਂ ਉਹ ਕਮੇਟੀਆਂ ਦੇ ਵਿੱਚ ਜਾਂਦਾ, ਉਹ ਕਮੇਟੀਆਂ ਦੇ ਵਿੱਚ ਉਹਨੂੰ ਸੁਣਿਆ ਜਾਂਦਾ ਤੇ ਉਹ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ, ਜਿਨ੍ਹਾਂ ਜਿਹੜੇ ਬੰਦੇ ਕੰਸਰਨ ਨੇ, ਜਿਹੜੇ ਉਹਦੇ ਨਾਲ ਐਸੋਸੀਏਟ ਨੇ। ਲੇਕਿਨ ਉਹਦੇ ਇਸ ਮਾਮਲੇ 'ਚ ਕਿਸੇ ਨੂੰ ਸੁਣਿਆ ਹੀ ਨਹੀਂ ਗਿਆ। ਇਸੇ ਕਰਕੇ ਤਾਂ ਜਿਹੜਾ ਹੈਗਾ ਇਹ ਜਿਹੜੀ ਸਰਕਾਰ ਆ ਉਹ ਅੰਨੀ ਬੋਲੀ, ਤੁਸੀਂ ਕਿਹਾ ਬਿਲਕੁਲ ਠੀਕ ਹੈ। 5 ਮੈਂਬਰੀ ਕਮੇਟੀ ਦੀ ਗੱਲ ਕੀਤੀ ਜਾਂਦੀ ਆ। ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਆਦੇਸ਼ ਕੀਤੇ ਗਏ ਨੇ ਵੀ 5 ਮੈਂਬਰੀ ਕਮੇਟੀ ਬਣਾ ਕੇ ਆਪਣੇ ਵਿਚਾਰ ਵਟਾਂਦਰੇ ਕਰਕੇ ਇਹਨਾਂ ਤੇ ਕੋਈ ਨਾ ਕੋਈ ਹੱਲ ਲੱਭਿਆ ਜਾਵੇ। ਕੀ ਲੱਗਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਸਰਕਾਰ ਉਦੋਂ ਕਹਿ ਰਹੀ ਸੀ ਵੀ 5 ਮੈਂਬਰੀ ਕਮੇਟੀ ਬਣਾ ਲਓ ਜਿੱਦਾਂ ਦੇ ਉਹਨੇ ਗੱਲ ਕਰਦੇ ਆ, ਪਰ ਕਿਸਾਨ ਜਥੇਬੰਦੀਆਂ ਮੰਨੀਆਂ ਨਹੀਂ। ਕੀ ਲੱਗ ਰਿਹਾ ਤੁਹਾਨੂੰ ਹੁਣ 5 ਮੈਂਬਰੀ ਕਮੇਟੀ ਦੇ ਆਦੇਸ਼ ਕੀਤਾ ਗਿਆ? ਦੇਖੋ ਗੱਲ ਸੁਣ ਲਓ, ਕਿਸੇ ਭੁੱਖੇ ਨੂੰ ਕਿਸੇ ਨੇ ਪੁੱਛਿਆ ਕਿ 2 + 2 ਕਿੰਨੇ ਹੁੰਦੇ ਆ, ਉਹ ਕਹਿੰਦਾ 4 ਰੋਟੀਆਂ। ਸਾਡੇ ਲਈ ਤਾਂ ਜਿਹੜੇ ਕਾਨੂੰਨ ਵਾਪਸੀ ਜਿਹੜਾ ਹੈਗਾ ਉਹ ਸਾਡੀ ਮੰਗ ਹੈ। ਚਾਹੇ ਕਮੇਟੀ 1 ਬਣਾ ਲਓ, ਚਾਹੇ ਕਮੇਟੀਆਂ 10 ਬਣਾ ਲਓ, ਜਿੰਨਾ ਤੱਕ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਨਹੀਂ ਜਾਣਾ ਇੱਥੋਂ। ਜੀ ਧੰਨਵਾਦ ਜੀ। ਹਾਂਜੀ ਇਹ ਸਨ ਵਕੀਲ ਭਾਈਚਾਰਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਕਰਵਾ ਕੇ ਹੀ ਇੱਥੋਂ ਜਾਵਾਂਗੇ। ਅਸੀਂ ਕਿਸਾਨਾਂ ਦੇ ਨਾਲ ਹਰ ਵਰਗ ਸਪੋਰਟ ਕਰ ਰਿਹਾ ਹੈ ਤਾਂ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਕਿ ਸਰਕਾਰ ਕਦੋਂ ਆਪਣੇ ਫੈਸਲੇ ਵਾਪਸ ਲੈਂਦੀ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਦੀ ਹੈ। ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।